ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ETT ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਆਪਣਾ ਟੌਪਿਕ ਐਟੋਮਿਕ ਸਟਰਕਚਰ ਚੱਲ ਰਿਹਾ ਸੀ ਜੋ ਕਿ ਕੰਪਲੀਟ ਹੋ ਚੁੱਕਿਆ ਸੀ। ਅੱਜ ਆਪਾਂ ਉਸ ਦੇ ਕੁਝ MCQ ਡਿਸਕਸ ਕਰਾਂਗੇ। ਤੁਸੀਂ ਸਭ ਨੇ ਪਹਿਲਾਂ MCQ ਨੂੰ ਖੁਦ ਟਰਾਈ ਕਰਨਾ ਹੈ, ਦੈਨ ਤੁਸੀਂ ਆਨਸਰ ਚੈੱਕ ਕਰਨੇ ਆ। ਸਾਰਿਆਂ ਨੇ ਆਪਣੇ ਜਿਹੜੇ ਆਨਸਰ ਨੇ, ਕਿੰਨੇ ਤੁਹਾਡੇ ਕੁਐਸਚਨ ਠੀਕ ਨੇ, ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਫਸਟ ਕੁਐਸਚਨ ਆਪਣੇ ਕੋਲ ਹੈਗਾ ਇਨ 1906 J.J. Thomson was awarded the Nobel Prize for his discovery of ਕਿ 1906 ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਸੀ ਥੋਮਸਨ ਨੂੰ, ਉਹ ਕਿਹਦੀ ਡਿਸਕਵਰੀ ਕਰਕੇ ਮਿਲਿਆ ਸੀ। ਤਾਂ ਆਪਾਂ ਨੂੰ ਪਤਾ ਹੈ ਕਿ ਥੋਮਸਨ ਨੇ ਕਿਹਦੀ ਡਿਸਕਵਰੀ ਕੀਤੀ ਸੀ, ਇਲੈਕਟ੍ਰੋਨ ਦੀ ਕੀਤੀ ਸੀ। ਆਪਾਂ ਨੇ ਯਾਦ ਕੀਤਾ ਹੋਇਆ ਕਿ ਕਿਹਦੀ ਡਿਸਕਵਰੀ ਕਿਹਨੇ ਕੀਤੀ ਸੀ, ਤਾਂ ਇਹਦਾ ਆਨਸਰ ਕੀ ਆਊਗਾ, ਇਲੈਕਟ੍ਰੋਨ। ਆਪਸ਼ਨ ਨੰਬਰ A ਕੀ ਹੈ, ਰਾਈਟ ਆਨਸਰ। ਸੈਕਿੰਡ ਕੁਐਸਚਨ ਹੈਗਾ ਹੂ ਡਿਸਕਵਰ ਦਾ ਨਿਊਕਲੀਅਸ ਆਫ ਐਨ ਐਟਮ। ਆਪਾਂ ਦੇਖਿਆ ਸੀ ਕਿ ਨਿਊਕਲੀਅਸ ਕਦੋਂ ਫਾਈਂਡ ਹੋਇਆ ਸੀ, ਜਦੋਂ ਕੀ ਹੈ ਅਲਫਾ ਪਾਰਟੀਕਲ ਐਕਸਪੈਰੀਮੈਂਟ ਹੋਇਆ ਸੀ। ਅਲਫਾ ਪਾਰਟੀਕਲ ਐਕਸਪੈਰੀਮੈਂਟ ਕਿਤੇ ਕੀਤਾ ਗਿਆ ਸੀ, ਗੋਲਡ ਫੋਇਲ 'ਤੇ ਕੀਤਾ ਗਿਆ ਸੀਗਾ। ਪਤਲੀ ਜਿਹੜੀ ਗੋਲਡ ਦੀ ਤਾਰ ਲੈ ਕੇ ਉਹਦੇ ਉੱਪਰ ਕੀਤਾ ਗਿਆ ਸੀ, ਅਤੇ ਇਹ ਐਕਸਪੈਰੀਮੈਂਟ ਕਿਹਨੇ ਕੀਤਾ ਸੀ, ਰਦਰਫੋਰਡ ਨੇ। ਇਹਦਾ ਮਤਲਬ ਨਿਊਕਲੀਅਸ ਦੀ ਖੋਜ ਕਿਹਨੇ ਕੀਤੀ ਸੀ, ਰਦਰਫੋਰਡ ਨੇ ਕੀਤੀ ਸੀ। ਨੈਕਸਟ ਹੈਗਾ ਕੁਐਸਚਨ ਨੰਬਰ 3 ਹੂ ਇਜ਼ ਨੋਨ ਐਜ਼ ਫਾਦਰ ਆਫ ਨਿਊਕਲੀਅਰ ਫਿਜ਼ਿਕਸ। ਤਾਂ ਨਿਊਕਲੀਅਰ ਫਿਜ਼ਿਕਸ ਜਿਹਨੇ ਨਿਊਕਲੀਅਸ ਦੀ ਖੋਜ ਕੀਤੀ ਸੀ, ਤਾਂ ਨਿਊਕਲੀਅਸ ਦੀ ਖੋਜ ਕਿਹਨੇ ਕੀਤੀ ਸੀ, ਰਦਰਫੋਰਡ ਨੇ। ਇਸੇ ਨੂੰ ਕੀ ਕਿਹਾ ਜਾਂਦਾ ਹੈ, ਫਾਦਰ ਆਫ ਨਿਊਕਲੀਅਰ ਫਿਜ਼ਿਕਸ ਕਿਹਾ ਜਾਂਦਾ ਹੈ। ਕਲੀਅਰ। ਨੈਕਸਟ ਹੈਗਾ ਕੁਐਸਚਨ ਨੰਬਰ 4 ਐਨ ਐਟੋਮਿਕ ਨੰਬਰ ਆਫ ਐਨ ਐਲੀਮੈਂਟ ਇਕੁਅਲ ਟੂ ਵਟ ਪ੍ਰੈਜੈਂਟ ਇਨ ਨਿਊਕਲੀਅਸ ਆਫ ਇਟਸ ਐਟਮ। ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ ਐਟੋਮਿਕ ਨੰਬਰ ਹੈ ਕਿਸੇ ਵੀ ਐਟਮ ਦਾ, ਠੀਕ ਹੈ, ਉਹ ਨੰਬਰ ਆਫ ਇਲੈਕਟ੍ਰੋਨ ਜਾਂ ਫਿਰ ਨੰਬਰ ਆਫ ਪ੍ਰੋਟੋਨ ਦੇ ਬਰਾਬਰ ਹੁੰਦਾ ਹੈ। ਬਟ ਇਹਨਾਂ ਨੇ ਪੁੱਛਿਆ ਨਿਊਕਲੀਅਸ ਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ, ਨਿਊਕਲੀਅਸ 'ਚ ਕੌਣ ਹੁੰਦਾ ਹੈ, ਪ੍ਰੋਟੋਨਸ। ਇਹਦਾ ਮਤਲਬ ਆਪਣਾ ਆਨਸਰ ਕੀ ਆਊਗਾ, ਆਪਸ਼ਨ ਨੰਬਰ A ਪ੍ਰੋਟੋਨਸ। ਕਿ ਐਟੋਮਿਕ ਨੰਬਰ ਹੈ ਜਿਹੜਾ ਐਲੀਮੈਂਟ ਦਾ ਕਿਹਦੇ ਇਕੁਅਲ ਹੁੰਦਾ ਹੈ, ਨੰਬਰ ਆਫ ਪ੍ਰੋਟੋਨਸ ਦੇ ਇਕੁਅਲ ਹੁੰਦਾ। ਨਿਊਕਲੀਅਸ 'ਚ ਦੋ ਚੀਜ਼ਾਂ ਹੁੰਦੀਆਂ ਨੇ, ਪ੍ਰੋਟੋਨ ਅਤੇ ਨਿਊਟਰੋਨਸ। ਕੁਐਸਚਨ ਨੰਬਰ 5 ਰਦਰਫੋਰਡ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਵਾਜ਼ ਰਿਸਪੋਂਸੀਬਲ ਫॉर ਦ ਡਿਸਕਵਰੀ ਆਫ। ਆਪਾਂ ਇਹ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਰਦਰਫੋਰਡ ਦਾ ਜਿਹੜਾ ਅਲਫਾ ਰੇ ਪਾਰਟੀਕਲ ਐਕਸਪੈਰੀਮੈਂਟ ਸੀਗਾ, ਉਹਦੇ ਵਿੱਚ ਕਿਹਦੀ ਡਿਸਕਵਰੀ ਹੋਈ ਸੀਗੀ, ਕਿਹਦੀ ਡਿਸਕਵਰੀ ਹੋਈ ਸੀ ਅਲਫਾ ਰੇ ਪਾਰਟੀਕਲਸ ਦੇ ਵਿੱਚ, ਪ੍ਰੋਟੋਨਸ ਐਟੋਮਿਕ ਨਿਊਕਲੀਅਸ ਦੀ ਡਿਸਕਵਰੀ ਹੋਈ ਸੀ ਜਦੋਂ ਕਿ ਰਦਰਫੋਰਡ ਨੇ ਐਕਸਪੈਰੀਮੈਂਟ ਕੀਤਾ ਸੀ। ਕੁਐਸਚਨ ਨੰਬਰ 6 ਆਈਸੋਟੋਪਸ ਆਫ ਐਨ ਐਲੀਮੈਂਟ ਹੈਵ। ਜਿਹੜੇ ਆਈਸੋਟੋਪ ਹੁੰਦੇ ਨੇ ਐਲੀਮੈਂਟਸ ਦੇ, ਉਹਨਾਂ ਦੇ ਵਿੱਚ ਕੀ ਹੁੰਦਾ ਹੈ। ਫਸਟ ਆਪਸ਼ਨ ਹੈਗਾ ਦਾ ਸੇਮ ਫਿਜ਼ੀਕਲ ਪ੍ਰੋਪਰਟੀ। ਨਹੀਂ, ਫਿਜ਼ੀਕਲ ਪ੍ਰੋਪਰਟੀ ਕੀ ਹੁੰਦੀਆਂ ਨੇ, ਡਿਫਰੈਂਟ ਹੁੰਦੀਆਂ ਨੇ ਸਾਰੇ ਆਈਸੋਟੋਪਸ ਦੀਆਂ, ਅਤੇ ਕੈਮੀਕਲ ਪ੍ਰੋਪਰਟੀ ਸੇਮ ਹੁੰਦੀਆਂ ਨੇ। ਇਹਦਾ ਮਤਲਬ ਫਸਟ ਐਂਡ ਸੈਕਿੰਡ ਆਪਸ਼ਨ ਗਲਤ ਹੋ ਗਿਆ। ਅੱਗੇ ਹੈਗਾ ਡਿਫਰੈਂਟ ਨੰਬਰ ਆਫ ਨਿਊਟਰੋਨਸ, ਅੱਗੇ ਹੈਗਾ ਡਿਫਰੈਂਟ ਅਟੋਮਿਕ ਨੰਬਰ। ਆਪਾਂ ਨੂੰ ਪਤਾ ਕਿ ਅਟੋਮਿਕ ਨੰਬਰ ਤਾਂ ਸੇਮ ਹੁੰਦਾ ਆਈਸੋਟੋਪ ਦਾ, ਇਹਦਾ ਮਤਲਬ ਆਪਸ਼ਨ D ਵੀ ਗਲਤ ਹੋ ਗਿਆ। ਤਾਂ ਆਪਣਾ ਰਾਈਟ ਆਪਸ਼ਨ ਕੀ ਹੋਊਗਾ, ਡਿਫਰੈਂਟ ਨੰਬਰ ਆਫ ਨਿਊਟਰੋਨਸ। ਆਪਾਂ ਨੂੰ ਪਤਾ ਹੈ ਕਿ ਆਈਸੋਟੋਪ ਨੇ ਜਿਹੜੇ, ਉਹਨਾਂ ਕੋਲ ਨੰਬਰ ਆਫ ਨਿਊਟਰੋਨ ਡਿਫਰੈਂਟ ਹੁੰਦੇ ਆ। ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ ਹਾਈਡਰੋਜਨ ਦੇ 3 ਆਈਸੋਟੋਪ ਹੁੰਦੇ ਆ, 1H1 1H2 1H3। ਤਾਂ ਆਪਾਂ ਨੂੰ ਪਤਾ ਇਹਨਾਂ ਦੇ ਵਿੱਚ ਕਿਹੜੀ ਚੀਜ਼ ਦਾ ਡਿਫਰੈਂਸ ਆ ਰਿਹਾ, ਨਿਊਟਰੋਨਸ ਦਾ, ਕਿਉਂਕਿ ਨੰਬਰ ਆਫ ਪ੍ਰੋਟੋਨਸ ਅਤੇ ਨੰਬਰ ਆਫ ਇਲੈਕਟ੍ਰੋਨ ਕੀ ਰਹਿੰਦੇ ਆ, ਸੇਮ ਰਹਿੰਦੇ ਆ। ਕਲੀਅਰ। ਨੈਕਸਟ ਹੈਗਾ ਕੁਐਸਚਨ ਨੰਬਰ 7 ਨੰਬਰ ਆਫ ਬੈਲੈਂਸ ਇਲੈਕਟ੍ਰੋਨ ਇਨ CPI। ਇਹ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ। ਕੁਐਸਚਨ ਨੰਬਰ 8 ਵਿਚ ਵਨ ਆਫ ਦ ਫੋਲੋਇੰਗ ਇਜ਼ ਕਰੈਕਟ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਸੋਡੀਅਮ। ਆਪਾਂ ਨੂੰ ਪਤਾ ਹੈ ਕਿ ਸੋਡੀਅਮ ਦਾ ਸੈਂਬਲ ਕੀ ਹੁੰਦਾ, ਸੋਡੀਅਮ ਦਾ Na। ਸੋਡੀਅਮ ਦਾ ਸੈਂਬਲ Na ਹੈ ਅਤੇ ਇਹਦਾ ਅਟੋਮਿਕ ਨੰਬਰ ਕਿੰਨਾ ਹੁੰਦਾ, 11। ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ 2n² ਤੋਂ ਸਿੱਖਿਆ ਸੀ ਕਿ ਪਹਿਲੇ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਆਉਣਗੇ, ਫਿਰ ਕਿੰਨੇ ਆਉਣਗੇ। ਤਾਂ ਉਹਦੇ ਹਿਸਾਬ ਨਾਲ ਹੁਣ ਆਪਾਂ ਤੋੜਾਂਗੇ ਅਗਰ ਮੈਜਿਕ ਨੰਬਰਾਂ ਦੇ ਹਿਸਾਬ ਨਾਲ, 2 8 8 18 18 32 32 ਇਸ ਤਰ੍ਹਾਂ ਨਾਲ ਤੋੜਾਂਗੇ। ਤਾਂ ਆਪਣੇ ਕੋਲ ਕਿੰਨੇ ਨੇ ਟੋਟਲ, 11। ਤਾਂ ਇਹਨੂੰ ਕਿਵੇਂ ਤੋੜਾਂਗੇ ਆਪਾਂ, 2 8 1। ਇੱਕ ਕੀ ਹੁੰਦਾ, ਵੈਲੈਂਸ ਇਲੈਕਟ੍ਰੋਨ ਹੁੰਦਾ ਸੋਡੀਅਮ ਦੇ ਕੋਲ। ਤਾਂ ਕਰੈਕਟ ਆਪਸ਼ਨ ਕੀ ਹੋਊਗਾ, ਆਪਸ਼ਨ ਨੰਬਰ D ਕੀ ਹੋਊਗਾ ਕਰੈਕਟ ਆਪਸ਼ਨ। ਨੈਕਸਟ ਕੁਐਸਚਨ ਹੈਗਾ
हू यूज्ड द टर्म एटम फॉर द फस्ट टाइम फस्ट मॉडल सी जिहड़ा किहने दिता सीगा जॉन डाल्टन ने दिता सी। इहदा मतलब फस्ट वार एटम जिहड़ा टर्म है किहने यूज़ कीती सीगी जॉन डाल्टन ने। क्लीयर। नैक्सट है क्वेश्चन नंबर 10 विच ऑफ द फॉलोइंग आर कॉल्ड न्यूक्लियॉन्स। आपां नूं पता है कि न्यूक्लियस है जिहड़ा उहदे विच दो चीज़ां हुंदियां ने न्यूट्रॉन ते प्रोटोन जिन्हां नूं आपां किहा सी न्यूक्लियस दे बच्चे हुंदे आ न्यूट्रॉन ते प्रोटोन। इन्हां दोनों नूं इकट्ठिਆਂ नूं आपां की कहने आ न्यूक्लियॉन्स। तो न्यूक्लियॉन्स कौन हुंदे ने बोथ प्रोटोन एंड न्यूट्रॉन्स। क्वेश्चन नंबर 11 विच ऑफ द फॉलोइंग पार्टिकल वाज डिस्कवर्ड फस्ट। सब तो पहला किहड़ी चीज़ की डिस्कवरी हुई सी। आपां नूं पता है कि जो कैथोड रे एक्सपैरीमेंट किया गया सी सब तो पहला इलैक्ट्रॉन की डिस्कवरी हुई सी फिर एनोड रे एक्सपैरीमेंट आया सी फिर प्रोटोन की डिस्कवरी हुई सी दैन न्यूट्रॉन की फिर की है मेजोन की। तो फस्ट टाइम की डिस्कवरी हुई सी इलैक्ट्रॉन। ऑप्शन नंबर बी की होगा करैक्ट ऑप्शन। नैक्सट है क्वेश्चन नंबर 11 विच ऑफ द फॉलोइंग एटम डज नॉट हैव द न्यूट्रॉन्स। हाँ जी न्यूट्रॉन किहदे कोल नहीं हुंदे हाइड्रोजन दे फस्ट जिहड़ा आइसोटोप है प्रोटियम उहदे कोल की हुंदा एक इलैक्ट्रॉन हुंदा एक प्रोटोन हुंदा न्यूट्रॉन नहीं हुंदे। तां प्रोटियम दे कोले जिहड़ा कि हाइड्रोजन दा आइसोटोप है उहदे कोल की आ न्यूट्रॉन्स नहीं हुंदे। तां की होगा ऑप्शन नंबर सी इज़ अ करैक्ट आंसर। नैक्सट है हू गेव द नेम प्रोटोन द पॉजिटिवली चार्ज पार्टिकल ऑफ एन एटम। प्रोटोन की खोज किहने कीती सी आपां नूं पता है ई गोल्ड स्टीन ने कीती सी। तो उसे ने यह नाम दिता सी। आंसर की होगा ऑप्शन नंबर बी ई गोल्ड स्टीन। नैक्सट है क्वेश्चन नंबर 14 द मैक्सिमम नंबर ऑफ इलैक्ट्रॉन इन एन शैल ऑफ एन एटम इज। आपने देखिया सी एक फॉर्मूला यूज़ किया सी आपने कि किसी भी सैल दे विच आपने देखने किन्ने नंबर ऑफ इलैक्ट्रॉन है तो वह फॉर्मूला की सी 2n स्केयर। जिवें आप चैक करते सी कि के दे विच एन की वैल्यू की हुंदी है 1 हुंदी है तो आप की 1 वैल्यू पुट करके देखिया सी कि पहले सैल विच किन्ने इलैक्ट्रॉन भरे जाणगे 2। इहदा मतलब फॉर्मूला की हो गया 2n स्केयर। नैक्सट है क्वेश्चन नंबर 15 विच ऑफ द फॉलोइंग रेस हैव द मैक्सिमम पेनीट्रेशन पावर। सब तो ज़्यादा पेनीट्रेशन पावर है जिहड़ी किहदे कोल है गामा रेस दे कोल हुंदी है। ऑप्शन नंबर सी की होगा करैक्ट। कई क्वेश्चन होंगे जिहड़े आपां एज इट इज़ याद करने होंगे है जिहदा कंसैप्ट अगे जाके पता लगता जो हाई लैवल हुंदा तो आपां याद रखांगे मैक्सिमम पेनीट्रेशन पावर किहदी हुंदी है गामा रेस दी। इन्हां नूं ऐ भी लिख सकते हैं आपां गामा रेस। क्वेश्चन नंबर 16 हू गेव द फस्ट मॉडल ऑफ द एटम। फस्ट मॉडल किहने दिता सी अपने कोले जे थॉमसन ने दिता सी। तो यदा की होगा ऑप्शन नंबर ए करैक्ट जे थॉमसन। नैक्सट कुछ फिल इन द ब्लैक्स ने उस तो बाद ट्रू फॉल्स ने ये भी आप दसांगे। क्वेश्चन है डैश आर एटम्स ऑफ सेम एलीमेंट विच हैव डिफरेंट मास नंबर। आपां नूं पता है कि एलीमेंट सेम एलीमेंट दी उन्हां चीज़ां दी गल कर रहे हैं जिन्हां दा मास नंबर डिफरेंट है तो वो की हुंदे ने आइसोटोप्स की हुंदे ने जिवें कि हाइड्रोजन के 3 आइसोटोप्स है। इहदा आंसर आऊगा आइसोटोप जिहदे विच की होवे सेम एलीमेंट दे होणगे ते मास नंबर की होगा डिफरेंट होगा। तो 17 का आंसर की है आइसोटोप्स। क्वेश्चन नंबर 18 डैश आर एटम्स हैविंग द सेम मास नंबर बट डिफरेंट अटोमिक नंबर। आप पढ़िया सी कि जिन्हां दा अटोमिक नंबर डिफरेंट होवे उन्हां नूं की कहने आपां आइसोबार्स। बार्स तो याद रखियो भार जिन्हां दा भार बराबर हुंदा वो आइसोबार हुंदे आ। जिहड़े आइसोटोप्स ने जिन्हां दा की अटोमिक नंबर सेम हुंदा। क्लीयर। तो इहदा आंसर की होगा आइसोबार्स। क्वेश्चन नंबर 19 न्यूट्रॉन आर प्रेजेंट इन न्यूक्लियस ऑफ ऑल एलीमेंट्स एक्सैप्ट। आप पिछे पढ़ के आए हैं कि किहदे कोले न्यूट्रॉन्स नहीं हुंदे हाइड्रोजन दे कोले। जे हाइड्रोजन ऑप्शन च होया तो आप हाइड्रोजन लावांगे अगर हाइड्रोजन की जगह तो प्रोटीन होया तो आप प्रोटीयम लावांगे क्योंकि इहदा जिहड़ा फस्ट आइसोटोप है उहदे कोले न्यूट्रॉन नहीं हुंदा।
नैक्सट क्वेश्चन है क्वेश्चन नंबर 20 अल्फा पार्टिकल्स आर डबली चार्जड। अल्फा पार्टिकल्स की होंगे ने कादे आयन होंगे है हीलीयम दे। अल्फा पार्टिकल्स कादे आयन होंगे है हीलीयम दे आयनस होंगे है। नैक्सट क्वेश्चन है न्यूट्रॉन वास डिस्कवर्ड बाय। आपां नूं पता है कि इलैक्ट्रॉन की खोज किने कीती सी जे थॉमसन ने कीती सी। प्रोटोन की किने कीती सी ई गोल्डस्टीन ने कीती सी। ते न्यूट्रॉन की किने कीती सी चैडविक ने। चैडविक इहदा की होगा राइट आंसर। चैडविक ने कीती सी न्यूट्रॉन की डिस्कवरी। क्वेश्चन नंबर 22 द न्यूट्रल पार्टिकल इन द न्यूक्लियस ऑफ एटम इज। जिहड़ा न्यूक्लियस दे विच न्यूट्रल पार्टिकल हुंदा उन्हां नूं आपां की कहने आ न्यूट्रॉन्स। काफ़ी बार आप पढ़ चुके हैं की होंदे ने न्यूट्रॉन्स। न्यूट्रल मतलब कि जीरो चार्ज, इन्हां ते कोई भी चार्ज नहीं हुंदा। अटोमिक नंबर ऑफ सोडियम इज आप हुणी पिछे पढ़ के आए कितना हुंदा 11। अटोमिक नंबर ऑफ सोडियम इज 11। क्वेश्चन नंबर 24 द मास ऑफ एन इलैक्ट्रॉन इज अबाउट डैश टाइम्स द मास ऑफ हाइड्रोजन एटम। तो किन्ने टाइम्स हुंदा 1/1837 टाइम्स द मास ऑफ हाइड्रोजन एटम। इनू आपां किवें कैलकुलेट कर सकते हैं। आपां पहलां लिखांगे मास ऑफ इलैक्ट्रॉन कितना हुंदा 9.1 10⁻⁻31 kg। नीचे आप डिवाइड करांगे मास ऑफ हाइड्रोजन 1.6 10⁻⁻27 kg। जो आप डिवाइड करांगे तो अपने को की आऊगा 1:1837। इन्ने टाइम्स की हुंदा रेशो हुंदी इन्हां दी। नैक्सट है ट्रू फॉल्स ने हुण अपने को सर जे थॉमसन डिस्कवर्ड द एनोड रेस। ट्रू है कि फॉल्स है ये की होगा फॉल्स, क्योंकि आपां नूं पता है कि जे थॉमसन ने इलैक्ट्रॉन की खोज की सी ते इलैक्ट्रॉन दे विच किहड़ियां रेस यूज होईयां सी कैथोड रेस। कैथोड रे डिस्कवरी च पता लग्या सी ना कि एनोड रेस च। तो यह की होगा फॉल्स। अकॉर्डिंग टू रदरफोर्ड द पॉजिटिव चार्ज एटम इज कंसनट्रेटेड इन इट्स सेंटर। तो रदरफोर्ड ने यही कहा सी कि जिहड़ा सारा पॉजिटिव चार्ज है वो सेंटर दे विच हुंदा न्यूक्लियस दे विच। तो यह की हो गया ट्रू हो गया। क्वेश्चन नंबर 27 एलीमेंट आर डिफाइंड बाय द नंबर ऑफ प्रोटोन्स दे पोसैस। आपां नूं पता है कि एलीमेंट का एटॉमिक नंबर आपां किहदे तो देखते हैं नंबर ऑफ प्रोटोन्स तो। यह की आ गया अपने को ट्रू आ गया। नैक्सट है वैलेंसी इज द कंबाइनिंग कैपेसिटी ऑफ एन एटम। ये भी की है ट्रू कि जिन्ने नंबर ऑफ वैलेंस इलैक्ट्रॉन होंगे है जिवें पिछे सोडियम का पढ़िया 281 तो लास्ट वाले वैलेंस शैल दे विच किन्ने इलैक्ट्रॉन है 1। तो सोडियम की कंबाइनिंग कैपेसिटी कितनी है 1। क्लीयर। वैलेंसी की होंगी है कंबाइनिंग कैपेसिटी होंगी है। ये की हो गया ट्रू। क्वेश्चन नंबर 29 अल्फा पार्टिकल हैव अ मास ऑफ 2 यूनिट्स। तो एक ही है बिल्कुल फॉल्स है, क्योंकि आप पिछे पढ़ के अल्फा पार्टिकल्स की होंगे ने हीलीयम आइनस। हीलीयम का मास कितना होंगे 4u। इसका मतलब एक ही हो गया फॉल्स हो गया। नैक्सट है द मास ऑफ इलैक्ट्रॉन इज कंसीडर टू बी नैगलीजिबल। अपने को जिहड़ा आपां पढ़िया सीगा कि एटम का जिहड़ा मास हुंदा है वो कादे करके हुंदा है नंबर ऑफ प्रोटोन्स प्लस नंबर ऑफ न्यूट्रॉन्स। तो जिहड़ा इलैक्ट्रॉन का मास वो नैगलीजिबल हुंदा है। अगर ये स्टेटमेंट इत्थे तक हुंदी तो यह की होना सी ट्रू होना सी, बट इन्होंने अगे लिखता इट्स चार्ज इज +1। एक ही हो गया रॉन्ग हो गया, क्योंकि इलैक्ट्रॉन का चार्ज की हुंदा है -1। इसका मतलब एक ही हो गया फॉल्स। क्वेश्चन नंबर 31 अकॉर्डिंग टू थॉमसन एन एटम कंसिस्ट ऑफ पॉजिटिव चार्ज स्फीयर एंड द इलैक्ट्रॉन आर एम्बेडेड इन इट। एक ही हो गया ट्रू। इन्हें कहा सीगा कि तरबूज की तरह ਜਿਹੜੇ ਉਹਦੇ ਵਿੱਚ ਬੀਜ ਲੱਗੇ ਹੁੰਦੇ ਨੇ ਉਹ ਕੀ ਹੁੰਦੇ ਨੇ ਇਲੈਕਟ੍ਰੋਨ ਐਮਬੈਡਡ ਕੀਤੇ ਹੋਏ ਨੇ ਵਿੱਚ, ਬਾਕੀ ਸਾਰਾ ਪਾਰਟ ਕੀ ਹੈ ਪੋਜ਼ਿਟਿਵ ਚਾਰਜ ਵਾਲਾ ਹੈ। ਤਾਂ ਇਹਨੇ ਇਹੀ ਕਿਹਾ ਸੀ, ਕੀ ਹੋ ਗਿਆ ਟਰੂ। क्वेश्चन नंबर 32 द नैगेटिव एंड पॉजिटिव चार्ज आर इक्वल इन मैगनीट्यूड सो द एटम एज अ होल इज इलैक्ट्रिकली न्यूट्रल। कहते जो एटम है वो क्या न्यूट्रल होंगे, मतलब कि एटम के उपर कोई चार्ज नहीं होंगे। क्यों? क्योंकि जिन्ना पॉजिटिव चार्ज होंगे उन्ना ही नैगेटिव चार्ज होंगे, वो दोनों की इक्वल होंगे है।
ਇਕੁਅਲ ਹੋ ਕੇ ਇੱਕ ਦੂਜੇ ਨੂੰ ਕੈਂਸਲ ਕਰ ਦਿੰਦੇ ਆ, ਜਿਹਦੇ ਕਰਕੇ ਐਟਮ ਕੀ ਬਣ ਜਾਂਦਾ, ਨਿਊਟਰਲ ਤੇ ਸਟੇਬਲ। ਇਹ ਵੀ ਕੀ ਹੋ ਗਿਆ ਆਪਣੇ ਕੋਲੇ, ਟਰੂ ਹੋ ਗਿਆ। ਕੁਐਸਚਨ ਨੰਬਰ 32। ਨੈਕਸਟ ਆਪਣੇ ਕੋਲ ਹੈਗਾ ਮੈਚ ਦੀ ਕॉलम्स। ਜੇ ਆਪਾਂ ਨੇ ਕੁਛ ਮੈਚਿੰਗ ਕਰਨੀ ਆ, ਇਹਦੇ ਵਿੱਚ ਪਹਿਲਾਂ ਤੁਸੀਂ ਅਗਰ ਤੁਹਾਨੂੰ ਮੈਚਿੰਗ ਆ ਜੇ, ਤੁਸੀਂ ਇਹ ਦੇਖਣਾ ਹੁੰਦਾ ਕਿ ਸਾਨੂੰ ਇਹਨਾਂ ਵਿੱਚੋਂ ਪਹਿਲਾਂ ਕਿਹੜਾ ਆਪਸ਼ਨ ਆਉਂਦਾ। ਪਹਿਲਾਂ ਜਿਹੜੇ ਤੁਹਾਨੂੰ ਆਉਂਦੇ ਆ ਉਹ ਵਾਲੇ ਰਾਈਟ ਕਰੋ, ਉਸ ਤੋਂ ਬਾਅਦ ਜਿਹੜੇ ਬਚ ਜਾਣਗੇ ਉਹਨਾਂ ਦਾ ਤੁਹਾਨੂੰ ਕੁਛ ਅੰਦਾਜ਼ਾ ਹੋ ਸਕਦਾ ਹੈ। ਫਸਟ ਕੁਐਸਚਨ ਆਪਣੇ ਕੋਲ ਹੈਗਾ ਡਿਸਕਵਰੀ ਆਫ ਪ੍ਰੋਟੋਨ। ਆਪਾਂ ਹੁਣੀ ਪੜ੍ਹ ਕੇ ਆਏ ਹਾਂ। ਡਿਸਕਵਰੀ ਆਫ ਪ੍ਰੋਟੋਨ ਕਿਹਨੇ ਕੀਤੀ ਸੀ, ਈ ਗੋਲਡਸਟੀਨ ਨੇ ਕੀਤੀ ਸੀ। ਕਲੀਅਰ। ਉਸ ਤੋਂ ਬਾਅਦ 'ਚੋਂ ਹੈਗਾ ਹਾਈਡਰੋਜਨ। ਹਾਈਡਰੋਜਨ ਦਾ ਰਿਲੇਸ਼ਨ ਕਿਹਦੇ ਨਾਲ ਆ, ਡਿਊਟੀਰੀਅਮ ਦੇ ਨਾਲ, ਕਿਉਂਕਿ ਹਾਈਡਰੋਜਨ ਦਾ ਆਈਸੋਟੋਪ ਕੌਣ ਹੈ, ਡਿਊਟੀਰੀਅਮ ਹੈ। ਵੈਲੈਂਸੀ ਆਫ ਮੈਗਨੀਸ਼ੀਅਮ। ਮੈਗਨੀਸ਼ੀਅਮ ਦੀ ਵੈਲੈਂਸੀ ਕੀ ਆ, ਆਪਾਂ ਨੂੰ ਪਤਾ ਮੈਗਨੀਸ਼ੀਅਮ ਕਿੰਨਵੇਂ ਨੰਬਰ 'ਤੇ ਆਉਂਦਾ ਹੈ, 12। ਤੁਹਾਨੂੰ ਕਿਵੇਂ ਲਿਖਾਂਗੇ ਆਪਾਂ, 2 8 2। ਤਾਂ ਦਾ ਵੈਲੈਂਸ ਇਲੈਕਟ੍ਰੋਨ ਕਿੰਨੇ ਹੋ ਗਏ, 2। ਇਹਦਾ ਮਤਲਬ ਵੈਲੈਂਸੀ ਵਾਲਾ ਕਿਹਦੇ ਨਾਲ ਆਊਗਾ, ਸੈਕਿੰਡ। ਅੱਗੇ ਹੈਗਾ ਵੈਲੈਂਸੀ ਆਫ ਕਾਰਬਨ। ਕਾਰਬਨ ਆਪਾਂ ਨੂੰ ਪਤਾ 6 ਨੰਬਰ 'ਤੇ ਆਉਂਦਾ। ਕਾਰਬਨ ਦੀ ਵੈਲੈਂਸੀ ਆਪਾਂ ਕਿਵੇਂ ਲਿਖਾਂਗੇ, 2 4। ਤਾਂ ਵੈਲੈਂਸ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੋ ਗਏ, 4 ਇਲੈਕਟ੍ਰੋਨਸ ਹੋ ਗਏ। ਵੈਲੈਂਸੀ ਆਫ ਕਾਰਬਨ 4। ਨੈਕਸਟ ਹੈਗਾ ਸੈਂਬਲ ਆਫ ਹੀਲੀਅਮ। ਹੀਲੀਅਮ ਨੂੰ ਕਿਵੇਂ ਲਿਖਦੇ ਆਪਾਂ, HE। HE ਕੀ ਹੈ, ਹੀਲੀਅਮ ਦਾ ਸੈਂਬਲ ਹੈ। ਸੈਂਬਲ ਆਫ ਹਾਈਡਰੋਜਨ। ਹਾਈਡਰੋਜਨ ਦਾ ਸੈਂਬਲ ਕੀ ਹੈ, H। ਹਾਈਡਰੋਜਨ ਨੂੰ ਆਪਾਂ H ਲਿਖਦੇ ਹਾਂ। ਇਲੈਕਟ੍ਰੋਨ ਕੀ ਨੇ, ਨੈਗੇਟਿਵ ਚਾਰਜ ਪਾਰਟੀਕਲ ਨੇ। ਪ੍ਰੋਟੋਨਸ ਕੀ ਨੇ, ਪੋਜ਼ੀਟਿਵ ਚਾਰਜ ਪਾਰਟੀਕਲਸ ਨੇ। ਕਲੀਅਰ। ਤਾਂ ਆਪਣੇ ਕੋਲ ਇਹ ਸਾਰੇ ਕੀ ਸੀ, ਮੈਚਿੰਗ ਸੀ। ਤੁਸੀਂ ਸਾਰਿਆਂ ਨੇ ਖੁਦ ਲਿਖ ਕੇ ਮੈਚਿੰਗ ਨੂੰ ਕਰਕੇ ਦੇਖਣਾ। ਨੈਕਸਟ ਹੈਗਾ 34। ਵਟ ਇਜ਼ ਦਾ ਵੈਲਿਊ ਆਫ ਚਾਰਜ ਔਨ ਅ ਪ੍ਰੋਟੋਨ। ਅਗਰ ਤਾਂ ਇਹ ਪੁੱਛ ਲੈਂਦੇ ਰਿਲੇਟਿਵ ਚਾਰਜ, ਤਾਂ ਰਿਲੇਟਿਵ ਚਾਰਜ ਤਾਂ ਪ੍ਰੋਟੋਨ 'ਤੇ +1 ਹੁੰਦਾ, ਬਟ ਇਹਨਾਂ ਨੇ ਪੁੱਛਿਆ ਚਾਰਜ, ਤਾਂ ਚਾਰਜ ਕੀ ਹੁੰਦਾ, +1.6 × 10⁻⁻19 ਕੂਲਮਸ। ਇਹ ਕੀ ਹੁੰਦਾ, ਪ੍ਰੋਟੋਨ 'ਤੇ ਚਾਰਜ ਹੁੰਦਾ। ਅਗਰ ਇਲੈਕਟ੍ਰੋਨ 'ਤੇ ਪੁੱਛ ਲੈਂਦੇ ਤਾਂ ਇੱਥੇ ਆਪਾਂ ਮਾਈਨਸ ਲਗਾ ਦੇਣਾ ਸੀ। ਨੈਕਸਟ ਹੈਗਾ ਵਟ ਇਜ਼ ਦਾ ਵੈਲਿਊ ਆਫ ਚਾਰਜ ਔਨ ਇਲੈਕਟ੍ਰੋਨ। ਸੇਮ ਪੁੱਛ ਲਿਆ ਕੁਐਸਚਨ, ਤਾਂ ਆਪਾਂ ਕੀ ਕਰਾਂਗੇ, ਪਲੱਸ ਦੀ ਜਗ੍ਹਾ 'ਤੇ ਕੀ ਲਾ ਦਾਂਗੇ, ਮਾਈਨਸ। ਕੀ ਆ ਜਾਊਗਾ, ਚਾਰਜ ਆਫ ਇਲੈਕਟ੍ਰੋਨ। ਜੇ ਰਿਲੇਟਿਵ ਪੁੱਛਿਆ ਤਾਂ ਪ੍ਰੋਟੋਨ ਦਾ +1, ਇਲੈਕਟ੍ਰੋਨ ਦਾ -1। ਕੁਐਸਚਨ ਨੰਬਰ 36। ਵਟ ਇਜ਼ ਦਾ ਵੈਲਿਊ ਆਫ ਚਾਰਜ ਔਨ ਨਿਊਟਰੋਨਸ। ਨਿਊਟਰੋਨ ਦੇ ਉੱਪਰ ਕੀ ਚਾਰਜ ਹੁੰਦਾ ਹੈ, 0। 0 ਚਾਰਜ ਹੁੰਦਾ ਹੈ ਨਿਊਟਰੋਨ ਦੇ ਉੱਪਰ। ਕਲੀਅਰ। ਹਾਂਜੀ, ਅੱਜ ਆਪਣੇ ਇੰਨੇ ਕੁਐਸਚਨ ਸੀ, 36 ਕੁਐਸਚਨ। ਆਈ ਹੋਪ ਤੁਹਾਨੂੰ ਸਭ ਨੂੰ ਕੁਐਸਚਨਸ ਕਲੀਅਰ ਹੋ ਗਏ ਹੋਣਗੇ। ਅਗਰ ਕਿਸੇ ਦਾ ਵੀ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।